ਅੱਜ ਆਪਾਂ ਟੌਪਿਕ ਫੜਦੇ ਹਾਂ ਸਟ੍ਰੈਸ, ਐਂਜ਼ਾਇਟੀ, ਡਿਪਰੈਸ਼ਨ, ਐਂਗੁਇਸ਼, ਮੈਮਰੀ ਲਾਸ, ਬ੍ਰੇਨ ਡਿਸਆਰਡਰ। ਸਪੋਜ਼ ਕਰੋ ਤੁਹਾਨੂੰ ਕਿਸੇ ਨੇ ਕੋਈ ਦੋ ਲਫ਼ਜ਼ ਕਹਿਤੇ, ਜੇ ਉਹਨੂੰ ਨੈਗੇਟਿਵ ਵੇ ਨਾਲ ਸੋਚੋਗੇ, ਸੋਚ ਹੀ ਇਨਸਾਨ ਨੂੰ ਬਦਲ ਦਿੰਦੀ ਆ ਔਰ ਉਹਦਾ ਵੀ ਕਾਰਨ ਗੁੱਸਾ। ਸੋ ਪਿਆਰੇ ਦਰਸ਼ਕੋ, ਮੇਰਾ ਮਕਸਦ ਸਿਰਫ ਇੰਨਾ ਹੀ ਹੁੰਦਾ ਤੁਹਾਨੂੰ ਕਈ ਗੱਲਾਂ ਥਿਓਰੈਟੀਕਲੀ, ਸਾਇੰਟੀਫਿਕਲੀ ਸਮਝਾਉਣੀਆਂ, ਮੈਡੀਕਲੀ ਸਮਝਾਉਣੀਆਂ ਕਿ ਸਟ੍ਰੈਸ ਇੱਕ ਆਪਣੇ ਹੱਥ 'ਚ ਹੀ ਹੈ, ਜਿਹਦਾ ਮੇਨ ਕਾਰਨ ਕ੍ਰੋਧ ਹੈ, ਗੁੱਸਾ ਹੈ। ਸਟ੍ਰੈਸ ਇਜ਼ ਏ ਹੋਮ ਆਫ ਡਿਜ਼ੀਜ਼ ਅੱਜ ਦਾ ਟੌਪਿਕ ਇਸ ਕਰਕੇ ਕਿ ਸਟ੍ਰੈਸ ਕਰਕੇ, ਐਂਗਜ਼ਾਇਟੀ ਕਰਕੇ, ਕ੍ਰੋਧ ਕਰਕੇ ਬਹੁਤੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟਰੋਲ ਵੀ, ਹਾਰਟ ਅਟੈਕ ਵੀ, ਬਲਕਿ ਹੈਡੇਕ, ਮਾਈਗ੍ਰੇਨ, ਸਿਰ ਦਰਦ ਵੀ ਸਟ੍ਰੈਸ ਕਰਕੇ। ਮੈਮਰੀ ਲਾਸ, ਯਾਦਦਾਸ਼ਤ ਘਟ ਜਾਂਦੀ ਕਿ ਜੇ ਅੰਗਰੇਜ਼ੀ ਦਵਾਈ ਖਾ ਲਈ ਡਿਪਰੈਸ਼ਨ ਘਟ ਗਈ, ਪਰ ਉਹਦੇ ਨਾਲ ਮੈਮਰੀ ਲਾਸ। ਮੈਂ ਇੱਦਾਂ ਹਜ਼ਾਰਾਂ ਕੇਸ ਕਰ ਚੁੱਕੇ ਜਿੱਦਾਂ ਕਈ ਵਿਚਾਰੇ ਸਟ੍ਰੈਸ ਨਾਲ ਬੱਚੇ ਸੁਸਾਈਡ ਕਰਨ ਨੂੰ ਫਿਰਦੇ। नमस्कार, सत श्री अकाल, आदाब। मैं हूं डॉक्टर कुमार। कुदरती जड़ी बूटियां दे आयुर्वैदिक हैल्थ सेंटर च तुहाडा सारे प्यारे दर्शकों का बहुत बहुत स्वागत है। प्यारे दर्शकों, काफ़ी लंबे अरसे तो तुसीं मैनूं टॉलरेट कर रहे हो, तुहाडा थैंक यू। हुण तुहाडी मेरी पहचान तो पुरानी हो गई है, पर क्योंकि ये पंजाबी चैनल है, असीं पंजाबी च ही गल करी दी है, पर कई बारी यूट्यूब ते कई दूसरे मुल्कों के लोग ਜਾਂ कोई गायनीज ਜਾਂ ਟਿੰਨਦਾਂ ਦੇ ਜਿਨ੍ਹਾਂ ਵਿਚਾਰਿਆਂ ਨੂੰ ਕਈ ਵਾਰੀ ਪੰਜਾਬੀ ਨਹੀਂ ਸਮਝ ਆਉਂਦੀ, ਤੇ ਹੋ ਸਕੇ ਤੇ ਵਿੱਚ ਕਿਤੇ ਕਿਤੇ ਮੈਂ ਇੰਗਲਿਸ਼ 'ਚ 2-4 ਮਿੰਟ 'ਚ ਬੋਲਾਂਗਾ ਵੀ, ਉਹ ਵੀ ਜੇ ਯਾਦ ਰਿਹਾ। ਕਾਰਨ ਇਹ ਹੈ ਕਿ ਤੁਸੀਂ ਇਹ ਨੋਟ ਕਰ ਲਿਆ ਕਿ ਹੋਲਿਸਟਿਕ ਆਯੁਰਵੈਦਿਕ ਨੈਚੁਰਲ ਦਾ ਮਤਲਬ ਇਹੀ ਹੈ ਕਿ ਹਰ ਪੈਥੀ ਅੱਛੀ ਹੈ, ਭਾਵੇਂ ਉਹ ਆਯੁਰਵੈਦਿਕ ਹੈ, ਹੋਮੋਪੈਥੀ ਹੈ, ਨੈਚੁਰੋਪੈਥੀ ਹੈ, ਯੋਗਾ ਹੈ, ਮੈਡੀਟੇਸ਼ਨ ਹੈ, ਐਲੋਪੈਥੀ ਹੈ, ਮਾਡਰਨ ਸਾਇੰਸ ਹੈ, ਸਰਜਰੀ ਹੈ। ਸਿਰਫ ਇੰਨਾ ਹੀ ਫਰਕ ਹੁੰਦਾ ਸਾਡੀ ਲਾਈਨ ਆਫ ਟਰੀਟਮੈਂਟ ਦਾ ਕਿ ਬਹੁਤਾ ਤੁਹਾਨੂੰ ਸਿੰਥੈਟਿਕ ਪ੍ਰੈਪਰੇਸ਼ਨਸ ਤੋਂ ਬਚਾਉਣਾ ਅਤੇ ਸਾਰੀ ਉਮਰ ਦਵਾਈਆਂ ਨਾ ਖਾਣੀਆਂ ਪੈਣ ਅਤੇ ਸਾਈਡ ਇਫੈਕਟ ਤੋਂ ਬਚਣਾ ਹੋਵੇ। ਭਾਵੇਂ ਆਪਾਂ ਜੇ ਮਾਡਰਨ ਮੈਡੀਸਨ ਖਾਂਦੇ ਹਾਂ, ਐਮਰਜੈਂਸੀ ਦੇ ਵਿੱਚ ਖਾਣੀ ਪੈਂਦੀ ਹੈ, ਭਾਵੇਂ ਕੋਈ ਦਰਦਾਂ ਦੀ ਹੈ, ਕੋਈ ਕੋਲੈਸਟਰੋਲ ਦੀ ਹੈ, ਕੋਈ ਬਲੱਡ ਪ੍ਰੈਸ਼ਰ ਦੀ, ਕੋਈ ਸ਼ੂਗਰ ਦੀ ਹੈ, ਪਰ ਉਹ ਸਿਰਫ ਨੰਬਰਸ ਹੀ ਵਾਚ ਕਰਦੇ ਆ ਔਰ ਸਾਰੀ ਉਮਰ ਲੰਘ ਜਾਂਦੀ ਦਵਾਈਆਂ ਖਾਂਦੇ। ਇੱਕ ਬੰਦਾ 10-10 ਦਵਾਈਆਂ ਖਾ ਰਹੇ ਹੁੰਦੇ ਆ। ਫਾਰਮਾਸਿਊਟੀਕਲ ਕੰਪਨੀ ਨੇ ਆਪਣੀਆਂ ਦਵਾਈਆਂ ਵੇਚਣੀਆਂ ਹੁੰਦੀਆਂ, ਡਾਕਟਰਸ ਨੂੰ ਲਿਖਣੀਆਂ ਪੈਂਦੀਆਂ। ਪਰ ਤੁਹਾਨੂੰ ਇਹ ਵੀ ਖੁਸ਼ੀ ਹੋਏਗੀ ਕਿ ਆਯੁਰਵੈਦਿਕ ਦੀ ਸਟੱਡੀ ਇਸ ਵੇਲੇ ਅਮਰੀਕਾ 'ਚ ਜ਼ਿਆਦਾ ਹੋ ਰਹੀ ਹੈ। ਕਿੰਨੇ ਆਯੁਰਵੈਦਿਕ ਸੈਂਟਰ, ਕਿੰਨੇ ਕਾਲਜਸ ਐਸੇ ਨੇ ਜਿਹੜੇ ਤੁਹਾਨੂੰ ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨ ਆਯੁਰਵੈਦਿਕ ਤੇ ਹੋਲਿਸਟਿਕ ਬਾਰੇ ਟੀਚ ਕਰਦੇ। ਸੋ ਆਵਰ ਲਾਈਨ ਆਫ ਟਰੀਟਮੈਂਟ ਇਜ਼ ਹੋਲਿਸਟਿਕ, ਆਯੁਰਵੈਦਿਕ, ਨੈਚੁਰਲ। ਵਾਈ? ਬਿਕਾਜ਼ ਵੀ ਗੋ ਟੂ ਦ ਰੂਟ ਕਾਜ਼ ਦਾ ਡਿਜ਼ੀਜ਼। ਅੱਜ ਆਪਾਂ ਟੌਪਿਕ ਇਸੇ ਤਰ੍ਹਾਂ ਕੋਈ ਫੜ ਲਾਂਗੇ, ਪਰ ਇਸ ਕਰਕੇ ਕਿਉਂਕਿ ਜਿਹੜੇ ਸੱਜਣ ਮਿੱਤਰ ਭੈਣ ਭਰਾ ਪਹਿਲੀ ਵਾਰੀ ਦੇਖ ਰਹੇ ਉਹਨਾਂ ਦੀ ਨੌਲੇਜ ਲਈ ਫਿਰ ਮੈਨੂੰ ਦੱਸਣਾ ਪੈਂਦਾ ਵੀ ਬਿਮਾਰੀ ਭਾਵੇਂ ਕੋਈ ਹੋਵੇ, ਸਾਡਾ ਸੈਂਟਰ ਆਯੁਰਵੈਦਿਕ ਹੋਲਿਸਟਿਕ ਟਰੀਟਮੈਂਟ ਜੇ ਤੁਹਾਡੀ ਕਰਦਾ ਜਾਂ ਤੁਹਾਨੂੰ ਜੋ ਵੀ ਸਪਲਾਈ ਭੇਜਦੇ ਆ, ਉਹਦਾ ਮਤਲਬ ਸਿਰਫ ਇਹ ਹੁੰਦਾ ਕਿ ਦੇਸੀ ਦਵਾਈ ਜਿਹਦੇ ਨਾਲ ਕੋਈ ਕਿਡਨੀ ਨਾ ਖਰਾਬ ਹੋਵੇ, ਲਿਵਰ ਨਾ ਖਰਾਬ ਹੋਵੇ, ਕੋਈ ਸਾਈਡ ਇਫੈਕਟ ਨਾ ਹੋਵੇ। ਔਰ ਹਮੇਸ਼ਾ ਹੀ ਤੁਸੀਂ ਕਾਲ ਕਰਕੇ ਮੈਨੂੰ ਇਹੀ ਪੁੱਛਦੇ ਜੀ ਕੋਈ ਸਾਈਡ ਇਫੈਕਟ ਤਾਂ ਨਹੀਂ। ਸਾਡਾ ਲਾਈਨ ਆਫ ਟਰੀਟਮੈਂਟ ਹੀ ਐਸਾ ਹੈ। ਔਰ ਤੁਸੀਂ ਮੇਰੇ ਇੰਨੇ ਐਪੀਸੋਡ ਦੇਖ ਚੁੱਕੇ ਹੋ, ਭਾਵੇਂ ਆਪਾਂ ਐਂਗਜ਼ਾਇਟੀ, ਸਟ੍ਰੈਸ, ਐਂਗੁਇਸ਼, ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟਰੋਲ, ਮੋਟਾਪਾ, ਜੇ ਦਰਦਾਂ ਦੀ ਗੱਲ ਕਰੀਏ, ਭਾਵੇਂ ਗੈਸਟਰਾਈਟਸ, ਸਟੋਮੇਟਾਈਟਸ, ਅਲਸਰੇਟਿਵ ਕੋਲਾਈਟਸ, ਪੈਂਡੇਸਾਈਟਸ, ਟੌਨਸਿਲਾਈਟਸ, ਭਾਵੇਂ ਦਰਦਾਂ ਦੀ ਗੱਲ ਕਰੀਏ ਰਿਊਮੇਟਡ ਆਰਥਰਾਈਟਸ, ਜੋੜਾਂ ਦੀਆਂ ਦਰਦਾਂ, ਗੋਡਾ ਦਰਦ, ਮੋਢਾ ਦਰਦ, ਔਰ ਗਾਊਟੀ ਆਰਥਰਾਈਟਸ। ਇਸੇ ਤਰ੍ਹਾਂ ਹੀ ਕੋਈ ਸਕਿਨ ਪ੍ਰੋਬਲਮ ਹੈ, ਕਿਸੇ ਨੂੰ ਅਲਰਜੀ ਹੈ, ਐਗਜ਼ੀਮਾ, ਰੈਸ਼ ਹੈ, ਪਿੰਪਲਸ ਹੈ, ਐਕਨੀ, ਛਾਈਆਂ, ਲਿਊਕੋਡਰਮਾ, ਪਲਵੈਰੀ ਜਿਹਨੂੰ ਕਹਿੰਦੇ, ਵਿਟੀਲਿਗੋ, ਸੋਰਾਇਸਿਸ, ਯਾਦਦਾਸ਼ਤ ਕਿਸੇ ਦੀ ਘੱਟ ਹੈ, ਬ੍ਰੇਨ ਡਿਸਆਰਡਰਸ ਹੈ, ਸਕੀਨੋਫਰੀਨੀਆ, ਅਲਜ਼ਾਈਮਰ ਡਿਜ਼ੀਜ਼ ਹੈ, ਪਾਰਕਿੰਸਨਸ ਡਿਜ਼ੀਜ਼ ਹੈ, ਬ੍ਰੈਸਟ ਕੈਂਸਰ, ਪ੍ਰੋਸਟੇਟ ਕੈਂਸਰ, ਟੈਸਟੋਸਟੀਰੋਨ ਲੈਵਲ ਘੱਟ, ਜਨਾਨਾ ਤੇ ਮਰਦਾਨਾ ਕਮਜ਼ੋਰੀ ਹੋਵੇ, ਕਿਸੇ ਨੂੰ ਔਲਾਦ ਨਾ ਕਿਸੇ ਦੀ ਹੁੰਦੀ ਹੋਵੇ, ਵੀਰਜ ਪਤਲਾ ਹੋਵੇ,
ਇਹ ਨਾਮ ਇਸ ਲਈ ਲੈ ਰਿਹਾ ਹਾਂ ਨਾ ਕਿ you don't have to worry, we treat each and everything by our Ayurvedic line of treatment. I'm speaking in English for a couple of minutes just because some people don't understand Punjabi. So any sort of disease, you just talk about the digestive system, skeletal system, nervous system, circulatory system. We treat everything by Ayurvedic way. Why? Because it goes to the root cause of the disease and there is no side effect. Permanent treatment. If somebody is having problem of the impotency, testosterone level deficiency, male and female sexual disorders, Ayurvedic treatment is the best treatment. Why? Because सप्त धातु ਜਿਹੜਾ ਮੈਂ ਕਿੰਨੀ ਵਾਰੀ ਦੱਸਿਆ, ਰਸ, ਰਕਤ, ਮਾਸ, ਮੇਦ, ਅਸਥੀ, ਮੱਝਾ, ਸ਼ੁਕਰ। ਰਸ ਮਤਲਬ ਪਲਾਜ਼ਮਾ, ਰਕਤ means blood, mass means flesh, med means fat, majja means bone marrow, ras, rakt, mass, med, asthi means bone, majja means bone marrow, shukar means ਵੀਰਜ, ਜਿਹੜੀ ਸੱਤਵੀਂ ਧਾਤੂ ਹੈ। ਵੀਰਜ ਦੀ ਕਮਜ਼ੋਰੀ ਦੇ ਕਈ ਕਾਰਨ ਹੈ। ਬਹੁਤੀ ਦੁਨੀਆ ਨੇ ਵੀਰਜ ਦੀ ਕਮਜ਼ੋਰੀ ਸਖਲਨ ਜਿਹੜਾ ਕੀਤਾ ਹਸਤਮੈਥਲ ਨਾਲ, ਜਾਂ ਜਿਹੜਾ ਅੱਜ ਕੱਲ੍ਹ ਪ੍ਰੋਨਸ ਤੁਸੀਂ ਸਾਰਾ ਦਿਨ ਸੈਲੂਲਰ ਫੋਨ 'ਤੇ ਜਾਂ ਟੀਵੀ 'ਤੇ ਦੇਖਦੇ ਹੋ, ਔਰ ਦੇਖਦੇ ਦੇਖਦੇ ਸਾਰੀ ਲੀਕੇਜ ਹੋ ਰਹੀ ਹੁੰਦੀ ਹੈ। ਉਹ ਕਾਰਨ ਕਿਉਂ ਹੈ ਕਿ ਸਖਲਨ ਜਿਹੜਾ ਹੈ ਸੱਤਵੀਂ ਧਾਤੂ ਫਿਰ ਆਪਣੇ ਆਪ ਉਸ ਸੈਂਟਰ 'ਚੋਂ ਹੌਲੀ ਹੌਲੀ ਤੁਹਾਡੀ ਚੈਨਲ ਦੇ ਥਰੂ ਜੋ ਨਿਕਲਦਾ ਹੈ। ਵੀਰਜ ਦੀ ਕਮੀ ਦੇ ਨਾਲ ਸਮਝੋ ਤੁਹਾਡੀ ਓਜ ਘੱਟ ਗਈ, ਇਮਿਊਨਿਟੀ ਘੱਟ ਗਈ, ਯਾਦਦਾਸ਼ਤ ਘੱਟ ਗਈ, ਬ੍ਰੇਨ ਪਾਵਰਸ ਘੱਟ ਗਈ, ਮਰਦਾਨਾ ਤਾਕਤ ਘੱਟ ਗਈ, ਟੈਸਟੋਸਟੀਰੋਨ ਲੈਵਲ ਘੱਟ ਗਿਆ। ਸਖਲਨ ਦਾ ਮਤਲਬ ਹੈ ਕਿ ਠੀਕ ਹੈ, ਸਖਲਨ ਉਦੋਂ ਹੀ ਹੋਵੇ ਜਦੋਂ ਤੁਸੀਂ ਆਦਮੀ ਔਰਤ ਇਕੱਠੇ ਹੋਣੇ, ਲੇਕਿਨ ਬਹੁਤੀ ਯੰਗ ਮੁੰਡਿਆਂ ਨੇ ਬਹੁਤਾ ਆਪਣਾ ਹਰ ਵੇਲੇ ਸੈਲੂਲਰ ਫੋਨ 'ਤੇ ਟੀਵੀ 'ਤੇ ਦੇਖ ਕੇ ਪ੍ਰੋਨਸ ਦੇ ਨਾਲ, ਔਰ ਫਿਰ ਤੁਸੀਂ ਉਹ ਕਹਿ ਰਹੇ ਹੁੰਦੇ ਜੀ ਡਾਕਟਰ ਸਾਹਿਬ ਜਦੋਂ ਕੋਈ ਗੱਲ ਕਰਦੇ ਆ ਤਾਂ ਡਿਸਚਾਰਜ ਹੋ ਜਾਂਦਾ। ਸਖਲਨ ਸਪੰਦੋਸ਼ ਹੀ ਕਹਿ ਲਓ, ਇਹ ਹੈਗੀ ਸੱਤਵੀਂ ਧਾਤੂ ਜਿਹਨੂੰ ਅਸੀਂ ਸਾਂਭ ਕੇ ਰੱਖਣਾ ਹੁੰਦਾ, ਔਰ ਉਹਨੂੰ ਸੰਭਾਲਣ ਦਾ ਜੇ ਤਰੀਕਾ ਹੈ ਤੇ ਸਿਰਫ ਆਯੁਰਵੈਦਿਕ 'ਚ, ਕਿਉਂਕਿ ਆਯੁਰਵੈਦਿਕ 'ਚ ਇਹੋ ਜਿਹੇ ਰਸਾਇਣ ਨੇ, ਨਹੀਂ ਤੇ ਵੀਰਜ ਜਿੰਨਾ ਮਰਜ਼ੀ ਗਾੜਾ ਹੋਵੇ ਫਿਰ ਤੁਹਾਨੂੰ ਟਾਈਮ ਦੀ ਪ੍ਰੋਬਲਮ ਨਹੀਂ ਆਉਂਦੀ, ਡਿਸਚਾਰਜ ਜਲਦੀ ਨਹੀਂ ਹੁੰਦਾ। ਟੌਪਿਕ ਇਸ ਕਰਕੇ ਮੈਂ ਵਿੱਚ ਨਾਲ ਗੱਲ ਕਰ ਰਿਹਾ ਨਾ ਕਿ ਸਮ ਪੀਪਲ ਅੰਡਰਸਟੈਂਡ ਵਾਟ ਆਮ ਟਾਕਿੰਗ ਅਬਾਊਟ ਐਂਡ ਵਾਟ ਇਜ਼ ਦ ਕਾਜ਼ ਆਫ ਦੈਟ। ਈਵਨ ਸਟ੍ਰੈਸ ਇਜ਼ ਆਲਸੋ ਦ ਕਾਜ਼ ਆਫ ਡਿਜ਼ੀਜ਼। ਲੈਟਸ ਟਾਕ ਅਬਾਊਟ ਟੂਡੇਜ਼ ਟੌਪਿਕ। ਅੱਜ ਆਪਾਂ ਇੱਦਾਂ ਕਰਦੇ ਹਾਂ, ਉਹੀ ਟੌਪਿਕ ਫੜਦੇ ਹਾਂ, ਸਟ੍ਰੈਸ, ਐਂਗਜ਼ਾਇਟੀ, ਡਿਪਰੈਸ਼ਨ, ਐਂਗੁਇਸ਼, memory loss, brain disorders, Alzheimer disease, Parkinson's disease. Why? Because everything is in the brain. ਦੇਖੋ ਤੁਸੀਂ ਜੇ ਮੈਂ ਸ਼ੂਗਰ ਦੀ ਗੱਲ ਕਰਾਂ ਤੇ ਤੁਹਾਡੀ ਨੌਲੇਜ ਵਧਾ ਦਾਂ ਕਿ ਸਟ੍ਰੈਸ ਕਰਕੇ ਵੀ ਸ਼ੂਗਰ ਹੋ ਜਾਂਦੀ। ਬਲੱਡ ਪ੍ਰੈਸ਼ਰ ਦੀ ਗੱਲ ਕਰੀਏ ਜਿਹਨੂੰ ਹਾਈਪਰਟੈਂਸ਼ਨ ਕਹਿੰਦੇ, ਉਹਦਾ ਵੀ ਕਾਰਨ ਸਟ੍ਰੈਸ ਕਰਕੇ ਵੀ ਹਾਈਪਰਟੈਂਸ਼ਨ, ਸਟ੍ਰੈਸ ਕਰਕੇ ਹਾਰਟ ਅਟੈਕ ਹੋ ਜਾਂਦਾ। ਸਟ੍ਰੈਸ ਹੀ ਮੇਨ ਬਿਮਾਰੀਆਂ ਦੀ ਕਾਰਨ ਤੇ ਬੜੇ ਨੇ। ਸਟ੍ਰੈਸ ਦੇ ਕਈ ਤਰ੍ਹਾਂ ਦੀ ਸਟ੍ਰੈਸ ਹੈ, ਹਰ ਆਦਮੀ ਨੂੰ ਕਿਸੇ ਨਾ ਕਿਸੇ ਦੀ ਸਟ੍ਰੈਸ ਹੈ। ਕਿਸੇ ਨੂੰ ਸਮਝੋ ਕਿਸੇ ਦੇ ਔਲਾਦ ਨਹੀਂ ਹੁੰਦੀ ਉਹਦੀ ਸਟ੍ਰੈਸ ਹੈ, ਜਾਂ ਕਿਸੇ ਦੇ ਔਲਾਦ ਉਹਨੂੰ ਤੰਗ ਕਰ ਰਹੀ ਤੇ ਉਹਦੀ ਸਟ੍ਰੈਸ ਹੈ। ਕਿਸੇ ਦਾ ਸਮਝੋ ਕੋਈ ਰਿਸ਼ਤੇਦਾਰ ਦੀ, ਕਲੋਜ਼ ਦੀ, ਕੋਈ ਰਿਲੇਟਿਵ ਦੀ ਡੈਥ ਹੋ ਗਈ, ਉਹਦੀ ਸਟ੍ਰੈਸ। ਕਿਉਂਕਿ ਸੋਚ ਹੀ ਇੱਕ ਐਸੀ ਚੀਜ਼ ਹੈ ਜਿਹੜੀ ਆਪਾਂ ਜੇ ਸੋਚ ਹੀ ਬਦਲ ਲਈਏ, ਜੇ ਪੋਜ਼ੀਟਿਵ ਸੋਚੋਗੇ ਤਾਂ ਸਾਰੀ ਸਟ੍ਰੈਸ ਖਤਮ ਹੋ ਜਾਂਦੀ ਹੈ। ਨੈਗੇਟਿਵ ਉਸੇ ਲਾਈਨ ਨੂੰ ਸੋਚੋਗੇ ਤਾਂ ਤੁਹਾਡੀ ਸਟ੍ਰੈਸ ਵਧੇਗੀ। ਸਪੋਜ਼ ਕਰੋ ਤੁਹਾਨੂੰ ਕਿਸੇ ਨੇ ਕੋਈ ਦੋ ਲਫ਼ਜ਼ ਕਹਿ ਦਿੱਤੇ, ਜੇ ਉਹਨੂੰ ਨੈਗੇਟਿਵ ਵੇ ਨਾਲ ਸੋਚੋਗੇ ਤੇ ਸਾਰੇ ਪੁੱਠੇ ਖਿਆਲਾਤ ਆਉਣਗੇ, ਕਿਉਂਕਿ ਬ੍ਰੇਨ ਦੇ ਵਿੱਚ ਸੈਰੋਟੋਨਿਨ ਲੈਵਲ ਹੁੰਦਾ। ਉਹ ਜਦੋਂ ਆਪਾਂ ਪੁੱਠੇ ਪਾਸੇ ਸੋਚਦੇ ਜਾਂ ਸਪੋਜ਼ ਕਰੋ ਨੈਗੇਟਿਵ ਸੋਚਦੇ ਆ, ਸੋਚ ਹੀ ਇਨਸਾਨ ਨੂੰ ਬਦਲ ਦਿੰਦੀ ਆ, ਔਰ ਉਹਦਾ ਵੀ ਕਾਰਨ ਗੁੱਸਾ। ਗੀਤਾ 'ਚ ਵੀ ਪੜ੍ਹੋਗੇ, ਗ੍ਰੰਥ ਸਾਹਿਬ ਵੀ ਪੜ੍ਹ ਲਓ, ਰਾਮਾਇਣ ਪੜ੍ਹ ਲਓ, ਕਿਸੇ ਧਰਮ 'ਚ ਪੜ੍ਹ ਕੇ ਦੇਖ ਲਓ, ਕ੍ਰੋਧ ਦੇ ਨਾਲ, ਗੁੱਸੇ ਦੇ ਨਾਲ ਸਮ੍ਰਿਤੀ ਭ੍ਰੰਸ਼ਾਤ, ਉਹਦਾ ਮਤਲਬ ਹੈ ਬੁੱਧੀ ਦਾ ਵੀ ਨਾਸ਼ ਹੁੰਦਾ, ਬੁੱਧੀ ਤੋਂ ਬਾਅਦ ਸਮ੍ਰਿਤੀ ਦਾ ਨਾਸ਼ ਹੁੰਦਾ, ਜਿਹਦਾ ਮਤਲਬ ਯਾਦਦਾਸ਼ਤ ਘੱਟ ਜਾਂਦੀ, ਮੈਮਰੀ ਲਾਸ ਹੋ ਜਾਂਦੀ। ਸੋ ਪਿਆਰੇ ਦਰਸ਼ਕੋ, ਮੇਰਾ ਮਕਸਦ ਸਿਰਫ ਇੰਨਾ ਹੀ ਹੁੰਦਾ ਤੁਹਾਨੂੰ ਕਈ ਗੱਲਾਂ ਥਿਓਰੈਟੀਕਲੀ, ਸਾਇੰਟੀਫਿਕਲੀ ਸਮਝਾਉਣੀਆਂ, ਮੈਡੀਕਲੀ ਸਮਝਾਉਣੀਆਂ ਕਿ ਸਟ੍ਰੈਸ ਇੱਕ ਆਪਣੇ ਹੱਥ 'ਚ ਹੀ ਹੈ, ਜਿਹਦਾ ਮੇਨ ਕਾਰਨ ਕ੍ਰੋਧ ਹੈ, ਗੁੱਸਾ ਹੈ। ਔਰ ਇਹ ਨਾ ਸਮਝਣਾ ਕਈ ਵਿਚਾਰੇ ਗੁੱਸੇ ਨੂੰ ਠੰਡਾ ਕਰਨ ਦੇ ਲਈ ਸ਼ਰਾਬ ਪੀਣੀ। ਜੇ ਸਮਝੋ ਗੁੱਸੇ ਨੂੰ ਠੰਡਾ ਕਰਨ, ਠੀਕ ਹੈ, ਉਸ ਵੇਲੇ ਬੰਦਾ ਕਹਿੰਦਾ ਯਾਰ 2 ਪੈਗ ਮਾਰ ਲਓ, ਠੀਕ ਹੈ, ਇਹਦੇ 'ਚ ਕੋਈ ਸ਼ੱਕ ਨਹੀਂ। ਗੀਤਾ 'ਚ ਇਹ ਵੀ ਲਿਖਿਆ ਕਿ ਤੁਸੀਂ ਜਿਸ ਤਰ੍ਹਾਂ ਵੀ ਖੁਸ਼ ਰਹੋ, ਉਹੋ ਹੀ ਤੁਸੀਂ ਕੰਮ ਕਰੋ ਜਿਹਦੇ ਨਾਲ ਤੁਹਾਨੂੰ ਖੁਸ਼ੀ ਮਿਲਦੀ ਹੈ। ਇਹ ਤੁਸੀਂ ਆਪਣੇ ਆਪ ਦਾ
ਸਟੱਡੀ ਆਪ ਕਰਨੀ, ਆਪਣੇ ਮਨ ਨੂੰ ਆਪ ਸਟੱਡੀ ਕਰਨਾ ਕਿ ਤੁਹਾਨੂੰ ਖੁਸ਼ੀ ਕਿੱਥੋਂ ਮਿਲਦੀ ਹੈ, ਜਿਸ ਕਾਰਨ ਕਰਕੇ ਵੀ ਖੁਸ਼ੀ ਮਿਲਦੀ ਹੈ। ਜੇ ਤੁਹਾਨੂੰ 2 ਪੈਗ ਲਾ ਕੇ ਖੁਸ਼ੀ ਮਿਲਦੀ ਹੈ ਤਾਂ 2 ਪੈਗ ਲਾ ਲਓ। ਜੇ ਠੀਕ ਆ ਤੁਹਾਨੂੰ ਸੰਭੋਗ ਨਾਲ ਖੁਸ਼ੀ ਮਿਲਦੀ ਤੇ ਸੰਭੋਗ ਕਰੋ, ਮੈਡੀਟੇਸ਼ਨ ਨਾਲ ਖੁਸ਼ੀ ਮਿਲਦੀ ਤੇ ਮੈਡੀਟੇਸ਼ਨ ਕਰੋ, ਯੋਗਾ ਨਾਲ ਖੁਸ਼ੀ ਮਿਲਦੀ ਤੇ ਯੋਗਾ ਕਰ ਲਓ, ਐਕਸਰਸਾਈਜ਼ ਕਰ ਲਓ। ਸਟ੍ਰੈਸ ਇਜ਼ ਏ ਹੋਮ ਆਫ ਡਿਜ਼ੀਜ਼ ਅੱਜ ਦਾ ਟੌਪਿਕ ਇਸ ਕਰਕੇ ਕਿ ਸਟ੍ਰੈਸ ਕਰਕੇ, ਐਂਗਜ਼ਾਇਟੀ ਕਰਕੇ, ਕ੍ਰੋਧ ਕਰਕੇ ਬਹੁਤੀਆਂ ਬਿਮਾਰੀਆਂ, ਬਲੱਡ ਪ੍ਰੈਸ਼ਰ, ਸ਼ੂਗਰ, ਕੋਲੈਸਟਰੋਲ ਵੀ, ਹਾਰਟ ਅਟੈਕ ਵੀ, ਬਲਕਿ ਹੈਡੇਕ, ਮਾਈਗ੍ਰੇਨ, ਸਿਰ ਦਰਦ ਵੀ ਸਟ੍ਰੈਸ ਕਰਕੇ, ਮੈਮਰੀ ਲਾਸ, ਯਾਦਦਾਸ਼ਤ ਘਟ ਜਾਂਦੀ। ਪਰ ਜੇ ਸਪੋਜ਼ ਕਰੋ ਤੁਹਾਨੂੰ ਡਿਪਰੈਸ਼ਨ ਹੋਈ ਹੈ, ਤੁਹਾਡੇ ਡਾਕਟਰ ਤੁਹਾਨੂੰ ਐਂਟੀ ਡਿਪਰੈਸੈਂਟ ਮੈਡੀਸਨਸ ਲਿਖ ਦਿੰਦੇ ਆ, ਕਈ ਨਾਮ ਸਾਨੂੰ ਯਾਦ ਵੀ ਨਹੀਂ ਰਹਿੰਦੇ, ਭਾਵੇਂ ਗਾਬਾਪੈਂਟਿਨ। ਮੈਂ ਤਾਂ ਸਾਰੀ ਉਮਰ ਹੋ ਗਈ ਇਹੀ ਕੰਮ ਕਰਦਿਆਂ ਨੂੰ। ਕਈ ਤਰ੍ਹਾਂ ਦੀਆਂ ਦਵਾਈਆਂ ਨਵੀਆਂ ਤੋਂ ਨਵੀਆਂ ਨਿਕਲਦੀਆਂ ਨੇ, ਅੰਗਰੇਜ਼ੀ ਦਵਾਈਆਂ, ਸਿੰਥੈਟਿਕ ਪ੍ਰੈਪਰੇਸ਼ਨਸ ਹੁੰਦੀਆਂ। ਉਹਦੇ ਨਾਲ ਇੱਕੋ ਹੀ ਪ੍ਰੋਬਲਮ ਹੈ ਕਿ ਫਿਰ ਤੁਸੀਂ ਦਵਾਈ ਛੱਡ ਨਹੀਂ ਸਕਦੇ। ਮੈਂ ਇੱਦਾਂ ਹਜ਼ਾਰਾਂ ਕੇਸ ਕਰ ਚੁੱਕੇ ਜਿੱਦਾਂ ਕਈ ਵਿਚਾਰੇ ਸਟ੍ਰੈਸ ਨਾਲ ਬੱਚੇ ਸੁਈਸਾਈਡ ਕਰਨ ਨੂੰ ਫਿਰਦੇ। ਦੇਖੋ ਇੱਥੇ ਬੱਚੇ ਕਈ ਵਾਰੀ ਵਿਗੜ ਜਾਂਦੇ। ਆਪਾਂ ਇਹਨਾਂ ਮੁਲਕਾਂ 'ਚ, ਬਗਾਨੇ ਮੁਲਕਾਂ 'ਚ, ਮਤਲਬ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਮੁਲਕਾਂ ਦੇ ਵਿੱਚ ਬੱਚਿਆਂ ਨੂੰ ਫਰੀडम ਬਹੁਤ ਹੈ, ਔਰ ਬੱਚੇ ਕਈ ਵਾਰੀ ਮਾਂ-ਬਾਪ ਨੂੰ ਵੀ ਤੰਗ ਕਰਦੇ ਆ। ਉਹੀ ਉਹਨਾਂ ਨੂੰ 911 ਬੁਲਾ ਕੇ ਤੰਗ ਕਰਨਗੇ। ਸਟ੍ਰੈਸ ਕਿਉਂਕਿ ਆਪ ਉਹਨਾਂ ਦਾ ਕੰਟਰੋਲ ਨਹੀਂ ਹੁੰਦਾ, ਮਿਸਗਾਈਡ ਕੀਤਾ। ਇੱਥੇ ਸਕੂਲਾਂ ਕਾਲਜਾਂ ਦੀ ਐਜੂਕੇਸ਼ਨ ਹੀ ਬੱਚਿਆਂ, ਛੋਟੇ ਬੱਚਿਆਂ ਨੂੰ ਪੁੱਠੀ ਐਜੂਕੇਸ਼ਨ ਦਿੱਤੀ ਜਾਂਦੀ, ਜਿਹਦੇ 'ਚ ਮਾਂ-ਬਾਪ ਦੀ ਇੱਜ਼ਤ ਨਹੀਂ ਕਰਦੇ। So basically what I'm talking about, the stress is a home of disease and you can get rid of the stress by naturopathy, Ayurvedic। ਇੰਨੇ ਲੰਬੇ ਅਰਸੇ ਤੋਂ ਤੁਸੀਂ ਮੇਰੇ ਪ੍ਰੋਗਰਾਮ ਦੇਖ ਰਹੇ ਹੋ ਔਰ ਮੈਂ ਲੱਖਾਂ ਐਪੀਸੋਡਸ ਦੇ ਵਿੱਚ ਤੁਹਾਡੀ ਨੌਲੇਜ ਵੀ ਵਧਾਈ ਹੈ ਕਿ ਜਿਹੜੀ ਸਾਡੀ ਦੇਸੀ ਦਵਾਈਆਂ ਨੇ, ਇਹਦੇ ਨਾਲ ਤੁਹਾਡੀ ਨਾ ਸਿਰਫ ਸਟ੍ਰੈਸ ਦੂਰ ਹੋਣੀ, ਐਂਗਜ਼ਾਇਟੀ ਦੂਰ ਹੋਣੀ, ਡਿਪਰੈਸ਼ਨ ਦੂਰ ਹੋਣੀ ਹੈ, ਨਾਲੇ ਤੁਹਾਡੀ ਯਾਦਦਾਸ਼ਤ ਵਧਣੀ, ਬ੍ਰੇਨ ਪਾਵਰ ਵਧਣੀ ਹੈ। ਉਹ ਜਿਸ ਤਰ੍ਹਾਂ ਸਮਝੋ ਤੁਸੀਂ ਬਦਾਮ ਖਾਂਦੇ ਹੋ ਉਸੇ ਤਰ੍ਹਾਂ ਹੀ। ਕਾਰਨ ਕੀ? ਕਿਉਂਕਿ ਜਿੰਨੀਆਂ ਐਲੋਪੈਥੀ ਦੀਆਂ ਐਂਟੀ ਡਿਪਰੈਸੈਂਟ ਮੈਡੀਸਨਸ ਨੇ, ਉਹਨਾਂ 'ਚ ਐਸੀ ਕੋਈ ਚੀਜ਼ ਨਹੀਂ ਕਿ ਤੁਹਾਡੇ ਜਿਹੜੇ ਨਿਊਰੋ ਟਰਾਂਸਮਿਟਰਸ ਨੂੰ ਸੈਰਾਟੋਨਿਨ ਲੈਵਲ ਵਧਾਉਣ। ਸੈਰਾਟੋਨਿਨ ਲੈਵਲ ਘਟ ਜਾਂਦਾ। ਪਿਟੂਚਰੀ ਗਲੈਂਡ ਹੈ ਬ੍ਰੇਨ ਦੇ ਵਿੱਚ। ਪਿਟੂਚਰੀ ਗਲੈਂਡ ਇਜ਼ ਅ ਮਾਸਟਰ ਗਲੈਂਡ ਆਫ the endocrine orchestra. There are so many glands in the body. We are talking about pituitary gland is in the brain, thyroid and thymus glands in the neck, adrenal glands. So many glands. I don't want to go in detail, but I'm just telling you that main gland is the pituitary gland. It's in the brain. ਪੰਜਾਬੀ 'ਚ ਉਹਦਾ ਮਤਲਬ ਹੈ ਕਿ ਤੁਹਾਡੇ ਦਿਮਾਗ ਦੇ ਵਿੱਚ ਹੀ ਸੈਂਟਰ ਹੈ, ਸਾਰਾ ਕੁਝ ਦਿਮਾਗ 'ਚ ਹੈ। ਆਪਣੀ ਐਂਗਜ਼ਾਇਟੀ, ਸਟ੍ਰੈਸ ਤੋਂ ਬਚਣਾ ਜੇ। ਯਾਦ ਰੱਖਣਾ, ਬਲੱਡ ਪ੍ਰੈਸ਼ਰ ਠੀਕ ਕਰਨਾ ਹੋਵੇ, ਐਂਗਜ਼ਾਇਟੀ ਦੀ ਦਵਾਈ ਅਸੀਂ ਦੇਸੀ ਦਈਏ, ਉਹਦੇ ਨਾਲ ਬਲੱਡ ਪ੍ਰੈਸ਼ਰ ਠੀਕ ਰਹਿੰਦਾ। ਐਂਗਜ਼ਾਇਟੀ ਦੀ ਦਵਾਈ, ਸਟ੍ਰੈਸ ਦੀ ਅਸੀਂ ਦਈਏ, ਤੁਹਾਡੀ ਮੈਨ ਪਾਵਰ ਵੱਧਦੀ ਹੈ। ਕਿਉਂ? ਮੇਰੇ ਕੋਲੋਂ ਤੁਸੀਂ ਹਜ਼ਾਰਾਂ ਵਾਰੀ ਨਾਮ ਤੱਕ ਸੁਣੇ, ਬ੍ਰਹਮੀ, ਬੈਕੋਪਾਮੈਨਰੀ, शंख पुष्पी, जडामांसी, ज्योतिषमती, ashwagandha, incobalosa. There are so many other neurotransmitters because I'm telling you, even in the beginning I said you, because there is a complementary alternative medicine। मेरे को तो अमेरिकन चीज़ां भी मिलदियां ते आयुर्वैदिक दा मतलब इंडियन चीज़ां भी मिलदियां जिन्हां दे मैं नाम लिते। इसे तरह ही ਕੰਪਲੀਮੈਂਟਰੀ ਆਲਟਰਨੇਟਿਵ ਮੈਡੀਸਨ ਦਾ ਮਤਲਬ ਹੈ ਕਿ ਨੈਚੁਰੋਥੈਰੇਪੀ 'ਚ ਕਈ ਤਰ੍ਹਾਂ ਦੇ ਫਾਈਟੋਨਿਊਟ੍ਰੀਐਂਟਸ ਐਸੇ ਹੈ ਜਿਨ੍ਹਾਂ ਦੇ ਮੈਂ ਨਾਮ ਨਹੀਂ ਬੋਲ ਰਿਹਾ। ਉਹਨਾਂ ਦਾ ਮਤਲਬ ਸਿਰਫ ਇਹ ਹੈ ਕਿ ਬ੍ਰੇਨ ਪਾਵਰ ਵੱਧਦੀ ਹੈ, ਨਿਊਰੋ ਟਰਾਂਸਮਿਟਰਸ ਹੁੰਦੇ ਆ, ਨਰਵਸ ਨੂੰ, ਬ੍ਰੇਨਸ ਨੂੰ ਟੋਨ ਅਪ ਕਰਦੇ ਆ, ਤੁਹਾਡੇ ਪੋਜ਼ੀਟਿਵ ਮੈਸੇਜ ਜਾਂਦੇ ਆ। ਇਸ ਤਰ੍ਹਾਂ ਨਹੀਂ ਕਿ ਜੇ ਅੰਗਰੇਜ਼ੀ ਦਵਾਈ ਖਾ ਲਈ ਡਿਪਰੈਸ਼ਨ ਘਟ ਗਈ, ਪਰ ਉਹਦੇ ਨਾਲ ਮੈਮਰੀ ਲਾਸ। ਸੋ ਪਿਆਰੇ ਦਰਸ਼ਕੋ, ਕਿਸੇ ਨੂੰ ਸਮਝੋ ਵੀ ਕੋਈ ਐਵੇਂ ਹੀ ਨਹੀਂ ਸਾਡੇ ਬਜ਼ੁਰਗਾਂ ਦੇ ਪੁਰਾਣੇ ਅਖਾਣ ਬਣੇ ਹੋਏ, ਚਿੰਤਾ ਚਿਖਾ ਬਰਾਬਰ। ਚਿੰਤਾ, ਫਿਕਰ 100 ਬਿਮਾਰੀਆਂ ਦੀ ਜੜ ਜੇ ਤੁਸੀਂ ਸਮਝੋ ਆਪਣੀ ਸ਼ੂਗਰ ਜਾਂ ਬਲੱਡ ਪ੍ਰੈਸ਼ਰ ਜਾਂ ਕੋਲੈਸਟਰੋਲ ਜਾਂ ਹਾਰਟ ਪ੍ਰੋਬਲਮਸ ਨੂੰ ਵੀ ਸੋਲਵ ਕਰਨਾ, ਤਾਂ ਪਹਿਲਾਂ ਸਟ੍ਰੈਸ ਨੂੰ ਦੂਰ ਕਰ ਲਓ। ਜਸਟ ਸਟਾਰਟ ਥਿੰਕਿੰਗ ਪੋਜ਼ਿਟਿਵ। ਖੁਸ਼ ਰਹੋ। ਭਾਵੇਂ ਤੁਸੀਂ ਉਹਦੇ 'ਚ 5 ਮਿੰਟ ਲੈ ਕੇ ਅੱਧਾ ਘੰਟਾ, ਭਾਵੇਂ ਇਟਸ ਆਲ ਡਿਪੈਂਡਸ ਅਪਨ ਯੂ। ਮੈਡੀਟੇਸ਼ਨ ਕਰ ਲਓ, ਬਰੀਥ ਇਨ ਬਰੀਥ ਆਊਟ ਕਰ ਲਓ, ਯੋਗਾ ਕਰ ਲਓ, ਐਕਸਰਸਾਈਜ਼ ਕਰ ਲਓ, ਭਾਵੇਂ ਬ੍ਰਿਸਕ ਵਾਕ ਕਰ ਲਓ, ਰਨਿੰਗ ਕਰ ਲਓ, ਵਾਲੀਬਾਲ ਖੇਡ ਲਓ, ਜਿਹਦੇ ਨਾਲ ਵੀ ਤੁਹਾਨੂੰ ਖੁਸ਼ੀ ਮਿਲਦੀ ਆ। ਉਹਦੇ ਨਾਲ ਹੁੰਦਾ ਕੀ ਆ ਕਿ ਸਰਕੂਲੇਸ਼ਨ ਚਾਹੀਦੀ ਹੁੰਦੀ ਆ ਸਾਰੇ ਬੋਡੀ ਦੇ ਵਿੱਚ। ਹਾਰਟ ਇਜ਼ ਦਾ ਮੇਜਰ ਔਰਗਨ ਸਪਲਾਈਂਗ ਦਾ ਬਲੱਡ ਟੂ ਆਲ ਪਾਰਟਸ ਦਾ ਬੋਡੀ। ਉਹੀ ਬਲੱਡ ਬ੍ਰੇਨ ਨੂੰ ਵੀ ਚਾਹੀਦਾ ਹੁੰਦਾ। ਬ੍ਰੇਨ ਨੂੰ ਬਲੱਡ ਸਪਲਾਈ ਪੂਰੀ ਜਾ ਰਹੀ ਆ ਤੇ ਮੈਮਰੀ ਸ਼ਾਰਪ ਰਹਿੰਦੀ। ਜਿਹੜੇ ਮੈਂ ਨਾਮ ਲਏ ਜੜੀਆਂ ਬੂਟੀਆਂ ਦੇ। ਮੈਂ ਕਈ ਵਾਰੀ ਗੱਲ ਕੀਤੀ ਨਾ, ਸਪਤ ਧਾਤੂ ਰਸ ਰਕਤ ਮਾਸ ਮੇਦ ਅਸਥੀ ਮੱਝਾ ਸ਼ੁਕਰ। 7ਵੀਂ ਤੋਂ ਬਾਅਦ 8ਵੀਂ ਵੀ ਕਈ ਐਪੀਸੋਡਸ ਮੈਂ ਨਾਮ ਲਿਆ ਓਜ, ਓਜਸਵੀ ਪੁਰਸ਼ ਹੁੰਦੇ
ਜਿਨ੍ਹਾਂ ਦੇ ਚਿਹਰੇ ਦੀ ਰੌਣਕ ਹੀ ਹੋਰ ਹੁੰਦੀ ਆ, ਉਹਨਾਂ ਦੀ ਬ੍ਰੇਨ ਪਾਵਰ ਵੈਸ ਜਿੰਨਾ ਮਰਜ਼ੀ ਕੋਈ ਡਿਪਰੈਸ਼ਨ ਉਹਨਾਂ ਨੂੰ ਦੇ ਦੇ ਪਰ ਆਪਣੀ ਓਜ ਕੰਮ ਕਰ ਜਾਂਦੀ ਹੈ। ਓਜ ਉਹਨਾਂ ਦੀ ਕਾਇਮ ਹੈ ਜਿਨ੍ਹਾਂ ਨੇ ਕੋਈ ਆਪਣਾ ਬਹੁਤਾ ਜ਼ਿਆਦਾ ਸਖਲਨ ਨਹੀਂ ਕੀਤਾ, ਮਤਲਬ ਵੀਰਜ ਨਸ਼ਟ ਨਹੀਂ ਕੀਤਾ, ਵੀਰਜ ਨੂੰ ਸਟੋਰ ਰੱਖਿਆ। ਜਿਹਨਾਂ ਦਾ ਵੀਰਜ ਸਟਰੋਂਗ ਹੈ ਉਹਨਾਂ ਦਾ ਟਾਈਮ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ, ਜਿੰਨੀ ਦਿਨ ਮਰਜ਼ੀ ਸੰਭੋਗ ਕਰ ਸਕਦੇ ਆ। ਪਰ ਕਿਉਂਕਿ ਉਹ ਓਜਸਵੀ ਪੁਰਸ਼ ਨੇ, ਵੈਨਐਵਰ ਦੇ ਵਾਂਟ ਦੇ ਕੈਨ ਇੰਜੋਏ ਦਾ ਸੈਕਸ, ਬਟ ਵਾਈ ਓਜਸਵੀ ਨੇ, ਓਜ ਹੈ ਤੇ ਬ੍ਰੇਨ ਪਾਵਰ ਵੀ ਉਹਨਾਂ ਦੀ, ਮੈਮਰੀ ਵੀ ਉਹਨਾਂ ਦੀ ਬੜੀ ਸ਼ਾਰਪ ਹੁੰਦੀ, ਕੋਈ ਜਲਦੀ ਉਹਨਾਂ ਨੂੰ ਭੁੱਲਦਾ ਨਹੀਂ, ਭਾਵੇਂ ਜਿੰਨੀ ਮਰਜ਼ੀ ਸਿਨਾਈਲ ਸਟੇਜ 80 ਸਾਲ ਦੀ ਉਮਰ ਵੀ ਹੋ ਜਾਏ। ਪਰ ਅੱਜ ਕੱਲ੍ਹ ਯੰਗ ਮੁੰਡਿਆਂ ਦਾ ਹਾਲ ਇਹ ਹੈ ਕਿ ਮੈਮਰੀ ਵੀ ਹੈ ਨਹੀਂ। ਔਰ ਦੇਖੋ ਹਰ ਕੰਮ ਮਿਹਨਤ ਦਾ ਇਸ ਮੁਲਕ ਦੇ ਵਿੱਚ, ਭਾਵੇਂ ਤੁਸੀਂ ਡਰਾਈਵਿੰਗ ਕਰਦੇ ਹੋ, ਕੰਸਟਰਕਸ਼ਨ ਦਾ ਕੰਮ ਕਰਦੇ ਹੋ, ਫਿਰ ਦੇਖੋ ਮੈਂ ਹੈਰਾਨ ਹੈ ਕੰਸਟਰਕਸ਼ਨ ਦਾ ਕੰਮ ਕਰਦੇ ਜਿੱਥੇ ਐਕਸਰਸਾਈਜ਼ ਵੈਸੇ ਹੀ ਹੋ ਰਹੀ, ਉਹਨਾਂ ਵਿਚਾਰਿਆਂ ਨੂੰ ਵੀ ਸ਼ੂਗਰ ਹੈ। ਡਰਾਈਵਰਸ ਵਿਚਾਰਿਆਂ ਨੂੰ ਵੀ ਕਿੰਨੀ ਕੰਸਨਟ੍ਰੇਸ਼ਨ ਦੀ ਲੋੜ ਹੁੰਦੀ ਹੈ, ਸਾਰੇ ਬੰਦੇ ਉਹਨਾਂ ਨੇ ਧਿਆਨ ਰੱਖਣਾ ਹੁੰਦਾ। ਬੜੀ ਅੱਛੀ ਜੋਬ ਹੈ ਡਰਾਈਵਿੰਗ ਦੀ, ਇੱਕ ਤਾਂ ਵੀ ਤੁਹਾਨੂੰ ਕਿਸੇ ਦੇ ਥੱਲੇ ਨਹੀਂ ਜੋਬ ਕਰਨੀ ਪੈਂਦੀ, ਤੁਹਾਡੀ ਆਪਣੀ ਸਟ੍ਰੈਸ ਨਹੀਂ, ਜਦੋਂ ਮਰਜ਼ੀ ਕੰਮ ਸ਼ੁਰੂ ਕਰੋ, 4 ਪੈਸੇ ਵੀ ਖੁੱਲ੍ਹੇ ਬਣਦੇ ਆ। ਇਸ ਕਰਕੇ ਜਿਹੜੇ ਵੇ ਨਾਲ ਤੁਹਾਡਾ ਪੀਸ ਆਫ ਮਾਈਂਡ ਹੈ, ਤੁਹਾਡੀ ਬ੍ਰੇਨ ਪਾਵਰ ਵੱਧਦੀ ਹੈ, ਖੁਸ਼ ਰਹੋ। ਜੇ ਲੱਗਦਾ ਹੀ ਆ ਤੁਹਾਨੂੰ ਵੀ ਮੇਰੀ ਸਟ੍ਰੈਸ 2 ਪੈਗ ਲਾ ਕੇ ਠੀਕ ਹੋਣੀ ਆ, ਤੇ ਬੇਸ਼ੱਕ ਲਾਓ, ਪਰ ਉਹ ਪੈਗ ਜਿਹੜੇ ਪਟਿਆਲਾ ਨਾ ਲਾਓ, ਛੋਟੇ ਪੈਗ ਲਾ ਲਓ, ਇਹ ਤੁਹਾਡੇ 'ਤੇ ਡਿਪੈਂਡ ਕਰਦਾ। ਹੁਣ ਛੋਟਾ ਪੈਗ ਤੁਹਾਡਾ ਕੁਆਟਰ ਦਾ ਕਿ ਹਾਫ ਦਾ ਮੈਨੂੰ ਨਹੀਂ ਪਤਾ। ਮੇਰੀ ਐਡਵਾਈਸ ਤਾਂ ਇਹ ਹੈ ਕਿ ਨਸ਼ਿਆਂ ਤੋਂ ਬਚੋ, ਸੱਚ ਪੁੱਛੋ। ਜਿਹੜਾ ਅੱਜ ਦਾ ਟੌਪਿਕ ਹੈਗਾ ਐਂਗਜ਼ਾਇਟੀ ਦਾ, ਸਟ੍ਰੈਸ ਦਾ, ਡਿਪਰੈਸ਼ਨ ਦਾ, ਪਰਹੇਜ਼ ਦੱਸਾਂ ਤੇ ਸਭ ਤੋਂ ਵੱਡਾ ਪਰਹੇਜ਼ ਉਹਦੇ 'ਚ ਨਸ਼ੇ ਦਾ ਹੀ ਜੀ। ਕਿਸੇ ਕਿਸਮ ਦੀ ਸਮੋਕਿੰਗ, ਕਿਸੇ ਕਿਸਮ ਦੀ ਸ਼ਰਾਬ, ਕੋਈ ਨਸ਼ਾ, ਚਰਸ, ਗਾਂਜਾ, ਚਿੱਟਾ, ਮੈਨੂੰ ਤਾਂ ਕਈਆਂ ਦੇ ਨਾਮ ਵੀ ਨਹੀਂ ਆਉਂਦੇ, ਭੰਗ, ਚਰਸ, ਇਹ ਜਿਹੜਾ ਵੀ ਨਸ਼ਾ ਤੁਸੀਂ ਕਰੋਗੇ, ਇੱਕ ਸ਼ਰਤੀਆ ਗੱਲ ਜੇ ਕਿ ਹੌਲੀ ਹੌਲੀ ਉਹਨੇ ਮੈਮਰੀ ਲੋਸ ਕਰਨਾ ਹੀ। ਟੈਂਪਰੇਰੀ ਤੁਹਾਡੀ ਸਟ੍ਰੈਸ ਠੀਕ ਹੋ ਜਾਂਦੀ ਹੈ ਕਿਉਂਕਿ ਯੂ ਆਰ ਇੰਜੋਇੰਗ ਇਨ ਏ ਐਗਜ਼ਿਲਰੈਂਟ ਐਕਸ਼ਨ। ਕਿਉਂ? ਦਾਰੂ ਜਦੋਂ ਪੀਂਦੇ ਹੋ ਉਸ ਵੇਲੇ ਬੰਦਾ ਥੋੜ੍ਹਾ ਜਿਹਾ ਐਗਜ਼ਿਲਰੈਂਟ ਐਕਸ਼ਨ ਹੋ ਜਾਂਦਾ, ਜਿਹਨੂੰ ਅਸੀਂ ਮੈਡੀਕਲ ਕਹਿੰਦੇ ਯੂਫੋਰੀਆ। ਯੂਫੋਰੀਆ ਦਾ ਮਤਲਬ ਹੈ ਜੋਸ਼ ਆ ਜਾਂਦਾ। ਦਾਰੂ ਪੀ ਕੇ ਇੱਕ ਹੋਰ ਚੰਗੀ ਗੱਲ ਹੈ ਵੀ ਬੰਦਾ ਸੱਚ ਬੋਲਦਾ ਜ਼ਰੂਰ। ਅੱਛਾ, 2 ਪੈਗ ਪੀਣ ਤੋਂ ਬਾਅਦ ਫਿਰ ਜਿਹੜਾ ਝੂਠਾ ਆਉਂਦਾ, ਉਸ ਤੋਂ ਬਾਅਦ ਫਿਰ ਕੰਮ ਸ਼ੁਰੂ ਹੁੰਦਾ, ਉਸ ਤੋਂ ਬਾਅਦ ਫਿਰ ਮੈਮਰੀ ਲੋਸ ਹੋਣਾ। ਉਹੀ ਬੰਦੇ ਨੂੰ ਯਾਦ ਨਹੀਂ ਰਹਿੰਦਾ ਵੀ ਰਾਤੀ ਮੈਂ ਕਿੱਥੇ ਸੀ, ਕਿਹੜੀ ਥਾਂ 'ਤੇ ਡਰਾਈਵ ਕੀਤਾ ਸੀ, ਕਿੱਥੇ ਬੈਠਾ ਸੀ, ਪਟੂਆ ਵੀ ਭੁੱਲ ਗਿਆ। ਵਾਟ ਆਈ ਮੀਨ ਟੂ ਸੇ, ਜਸਟ ਅਵੋਇਡ ਦ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਗੱਲਾਂ ਭਾਵੇਂ ਕਾਮਨ ਨੇ, ਤੁਹਾਡੀ ਨੌਲੇਜ ਆਲਰੇਡੀ ਹੈ, ਪਰ ਜੇ ਡਿਪਰੈਸ਼ਨ ਤੋਂ, ਐਂਗਜ਼ਾਇਟੀ ਤੋਂ, ਸਟ੍ਰੈਸ ਤੋਂ, ਸਕਿਜ਼ੋਫਰੀਨੀਆ ਤੋਂ, ਮੈਮਰੀ ਲੋਸ ਤੋਂ, ਬ੍ਰੇਨ ਡਿਸਆਰਡਰਸ ਤੋਂ, ਡੈਫੀਸਿਟ ਡਿਸਆਰਡਰਸ ਤੋਂ ਬਚਣਾ ਤੇ ਟਰਾਈ ਟੂ ਗੋ ਫॉर ਆਯੁਰਵੈਦਿਕ ਥੈਰੇਪੀ। ਡਾਈਟ ਦੇ ਵਿੱਚ ਆ ਜਾਓ, ਡਾਈਟ ਅੱਛੀ ਖਾਓ, ਡਾਈਟ ਜੋ ਮਰਜ਼ੀ ਖਾਓ, ਕੋਈ ਖਾਸ ਪਰਹੇਜ਼ ਨਹੀਂ ਜਿਨ੍ਹਾਂ ਦੀ ਐਂਗਜ਼ਾਇਟੀ ਡਿਪਰੈਸ਼ਨ ਹੈ। ਪਰਹੇਜ਼ ਹੈ ਤੇ ਸਿਰਫ ਨਸ਼ਿਆਂ ਤੋਂ। ਨਸ਼ਿਆਂ ਤੋਂ ਬਚੋ, ਬਦਾਮ ਖਾਓ, ਭਾਵੇਂ ਬਦਾਮ ਰੋਗਨ ਦੀ ਮਾਲਿਸ਼ ਤੁਸੀਂ ਭਾਵੇਂ ਦਿਮਾਗ 'ਤੇ ਕਰੋ। ਬਦਾਮ ਤੁਸੀਂ 10 ਰਾਤ ਨੂੰ ਭਿਉਂ ਕੇ ਰੱਖ ਦਿਆ ਕਰੋ, ਸਵੇਰੇ ਉੱਠ ਕੇ ਖਾ ਲਓ। ਸੌਗੀ ਜਿਹਨੂੰ ਮਨੱਕਾ ਕਹਿੰਦੇ, ਇਹ ਵੀ ਠੀਕ ਹੈ। ਬਾਕੀ ਤਾਂ ਮੈਂ ਨਾਮ ਦੱਸਿਆ ਹੀ ਹੈ, ਬ੍ਰਹਮੀ, ਸ਼ੰਖ ਪੁਸ਼ਪੀ, ਜਟਾਮਾਨਸੀ, ਜੋਤਿਸ਼ਮਤੀ, ਯਸ਼ਵਗੰਧਾ, ਵਿਦੇਨੀਆ, ਸੋਮਨੀ, ਫੈਰਾ, ਗਲੂਚੀ ਵੀ, ਈਵਨ ਇਹ ਚੀਜ਼ਾਂ ਜਿੱਦਾਂ ਅੰਮ੍ਰਿਤਾ ਨੂੰ ਅਸੀਂ ਕਹਿੰਦੇ ਹਾਂ, ਇਹ ਹੁੰਦੀਆਂ ਆਯੁਰਵੈਦਿਕ ਟੌਨਿਕ, ਬ੍ਰੇਨ ਟੌਨਿਕ। ਇਹ ਚੰਗਾ ਭਲਾ ਬੰਦਾ ਵੀ ਖਾਂਦਾ ਰਹੇ ਤੇ ਸਿਆਣੀ ਉਮਰ ਤੱਕ ਉਹਨੂੰ ਜਲਦੀ ਡਿਪਰੈਸ਼ਨ ਨਹੀਂ ਹੁੰਦੀ, ਇਮਿਊਨਿਟੀ ਤੁਹਾਡੀ ਵੱਧਦੀ ਹੈ। ਬਹੁਤੀਆਂ ਬਿਮਾਰੀਆਂ ਤੋਂ ਤੁਸੀਂ ਬਚ ਜਾਂਦੇ ਹੋ ਜਦੋਂ ਤੁਹਾਡੀ ਓਜ ਠੀਕ ਹੈ, ਜਾਂ ਮੈਮਰੀ ਠੀਕ ਹੈ, ਜਾਂ ਦਿਮਾਗੀ ਤਾਕਤ ਠੀਕ ਹੈ, ਕਿਉਂਕਿ ਸਾਰਾ ਕੁਝ ਤੇ ਦਿਮਾਗ 'ਚ ਹੀ ਹੈ। ਦਿਮਾਗ ਹੀ ਜੇ ਠੀਕ ਰਵੇ ਤੇ ਅੱਧੀਆਂ ਬਿਮਾਰੀਆਂ ਠੀਕ ਰਹਿੰਦੀਆਂ। ਬ੍ਰੇਨ ਟੌਨਿਕ ਹੈ ਤੇ ਸਿਰਫ ਆਯੁਰਵੈਦਿਕ, ਨਰਵ ਟੌਨਿਕ ਹੈ ਤੇ ਸਿਰਫ ਆਯੁਰਵੈਦਿਕ। ਬ੍ਰਹਮੀ ਘ੍ਰਿਤ, ਬ੍ਰਹਮੀ ਆਇਲ, ਬ੍ਰਹਮੀ ਜੜੀਆਂ ਬੂਟੀਆਂ ਨਾਲ ਕੈਪਸੂਲ, ਟੈਬਲੇਟ, ਪਾਊਡਰ ਫਾਰਮ 'ਚ ਵੀ ਤੁਹਾਨੂੰ ਮਿਲਦਾ। ਸੋ ਪਿਆਰੇ ਦਰਸ਼ਕੋ, ਮੇਰਾ ਖਿਆਲ ਹੈ ਕਿ ਮੇਰੇ ਇਹ ਕਹਿਣ ਦਾ ਮਤਲਬ ਸਿਰਫ ਇੰਨਾ ਹੀ ਸੀ, ਜਿੱਦਾਂ ਮੈਂ ਦੱਸਿਆ ਸੀ, ਭਾਵੇਂ ਤੁਸੀਂ ਮੇਰੇ ਨਾਲ ਇੰਗਲਿਸ਼, ਹਿੰਦੀ, ਪੰਜਾਬੀ ਜਿਸ ਟੌਪਿਕ 'ਤੇ ਮਰਜ਼ੀ ਗੱਲ ਕਰੋ, ਭਾਵੇਂ ਅਸੀਂ ਹਰ ਟੌਪਿਕ 'ਤੇ ਡਿਸਕਸ ਹਰ ਹਫ਼ਤੇ ਕਰੀਦਾ। ਇਸ ਕਰਕੇ ਕੋਈ ਟੌਪਿਕ ਫੜ ਲਈਦਾ ਤਾਂ ਕਿ ਤੁਹਾਨੂੰ ਪਤਾ ਲੱਗ ਜਾਏ ਕਿ ਕੋਈ ਵੀ ਬਿਮਾਰੀ ਹੋਵੇ ਉਹਦਾ ਜੇ ਇਲਾਜ ਹੈ ਤੇ ਹਰਬਲ, ਨੈਚੁਰਲ। ਮੈਡੀਟੇਸ਼ਨ ਨੇ ਤੁਹਾਨੂੰ ਅੱਧੀਆਂ ਬਿਮਾਰੀਆਂ ਠੀਕ ਕਰਨੀਆਂ, ਯੋਗਾ ਨੇ ਕਰਨੀ ਹੈ। ਆਯੁਰਵੈਦਿਕ ਦਵਾਈਆਂ ਨੂੰ ਤੁਸੀਂ ਦਵਾਈਆਂ ਨਾ ਸਮਝੋ, ਇਹਨਾਂ ਨੂੰ ਰਸਾਇਣ ਸਮਝੋ, ਬ੍ਰੇਨ ਟੌਨਿਕ ਸਮਝੋ। ਫਿਜ਼ੀਕਲ, ਮੈਂਟਲ ਐਂਡ ਸੈਕਸੁਅਲ ਹੈਲਥ, ਸੈਕਸੁਅਲ ਐਨਰਜੀ ਇਹਨਾਂ ਚੀਜ਼ਾਂ ਨਾਲ ਆਉਂਦੀ ਹੈ। ਕਿਉਂ? ਕਈਆਂ ਦੇ ਟੈਸਟੋਸਟੀਰੋਨ ਲੈਵਲ ਘਟ ਗਿਆ, ਔਲਾਦ ਨਹੀਂ ਹੁੰਦੀ। ਉਹ ਵੀ ਕਾਰਨ ਇਹੀ ਹੈ ਕਿ ਸ਼ੁਕਰ ਕਮਜ਼ੋਰ ਹੈ, ਜਿਹਦਾ ਮੈਂ ਨਾਮ ਦੱਸਿਆ ਸੀ, 7ਵੀਂ ਧਾਤੂ, ਜਿਹਨੂੰ ਵੀਰਜ ਦੱਸਿਆ ਸੀ। ਸੋ ਪਿਆਰੇ ਦਰਸ਼ਕੋ, ਮੈਮਰੀ ਜਾਂ ਸਿਆਣੀ ਉਮਰ 'ਚ ਜਾ ਕੇ ਕਿ ਇਸ ਤੋਂ ਪਹਿਲਾਂ ਵੀ ਮੈਮਰੀ ਲਾਸ ਹੋ ਜੇ, ਅਲਜ਼ਾਈਮਰ ਡਿਜ਼ੀਜ਼ ਹੋ ਜੇ, ਇਨਸਾਨ ਨੂੰ ਬਹੁਤ
ਖਤਰਨਾਕ ਬਿਮਾਰੀ ਉਸ ਵੇਲੇ, ਕਿਉਂਕਿ ਇਹ ਨਹੀਂ ਪਤਾ ਲੱਗਦਾ ਬੰਦਾ ਸਿਆਣੀ ਉਮਰ ਦੇ ਵਿੱਚ ਬਈ ਦਿਨ ਹੈ ਤੇ ਰਾਤ ਕਹਿ ਦਿੰਦੇ, ਰਾਤ ਹੈ ਤੇ ਦਿਨ ਕਹਿ ਦਿੰਦੇ ਆ। ਕਿਉਂ ਕਿ ਬ੍ਰੇਨ ਦੀਆਂ ਨਰਵਸ, ਮੈਮਰੀ ਲੋਸ ਇੰਨਾ ਹੋ ਜਾਂਦਾ, ਅਲਜ਼ਾਈਮਰ ਡਿਜ਼ੀਜ਼ ਹੋ ਜਾਏ, ਬੰਦਾ ਆਪ ਤੇ ਜਿਹੜਾ ਬਿਮਾਰ ਹੁੰਦਾ ਉਹ ਤੋਂ ਜ਼ਿਆਦਾ ਉੱਪਰ ਵਾਲਿਆਂ ਨੂੰ ਜ਼ਿਆਦਾ ਪ੍ਰੋਬਲਮ ਹੁੰਦੀ, ਜਿਹੜੇ ਭੈਣ ਭਰਾ ਮਾਂ ਬਾਪ ਬੱਚੇ ਪੇਸ਼ੈਂਟ ਨੂੰ ਸੰਭਾਲ ਰਹੇ ਹੁੰਦੇ ਆ। ਉਹ ਕਾਰਨ ਇਹੀ ਹੈ ਕਿ ਸਾਰੀ ਉਮਰ ਨਸ਼ਿਆਂ 'ਚ ਗੁਜ਼ਾਰਤੀ, ਚਿੰਤਾ ਫਿਕਰ 'ਚ ਗੁਜ਼ਾਰਤੀ, ਸਟ੍ਰੈਸ ਨਾਲ ਗੁਜ਼ਾਰਤੀ, ਬ੍ਰੇਨ ਦਾ ਕੋਈ ਧਿਆਨ ਨਹੀਂ ਕੀਤਾ, ਬ੍ਰੇਨ ਟੋਨਿਕ ਨਹੀਂ ਲਏ। ਬ੍ਰੇਨ ਟੋਨਿਕ ਇਹ ਨਾ ਸਮਝੋ ਵੀ ਜ਼ਰੂਰੀ ਬਿਮਾਰੀ ਹੈ ਤੇ ਲੈਣਾ। ਬ੍ਰੇਨ ਟੋਨਿਕ ਤੁਸੀਂ ਵੈਸੇ ਹੀ ਲੈ ਸਕਦੇ ਹੋ, ਜਿਸ ਤਰ੍ਹਾਂ ਆਪਾਂ ਕਈ ਵਾਰੀ ਕਹਿੰਦੇ ਨਾ ਵੀ ਕਿਸੇ ਨੂੰ ਖਾਂਸੀ, ਨਜ਼ਲਾ, ਰੇਸ਼ਾ, ਕੋਲਡ, ਫਲੂ, ਇਹਨਾਂ ਤੋਂ ਬਚਣਾ ਤੇ ਇਮਿਊਨ ਸਿਸਟਮ ਸਟਰੋਂਗ ਕਰੋ। ਜਿੱਦਾਂ ਆਪਾਂ ਇਮਿਊਨਿਟੀ ਸਟਰੋਂਗ ਕਰਨ ਦੇ ਲਈ, ਜਿਸ ਤਰ੍ਹਾਂ ਸਮਝੋ ਵੀ ਹਾਂ ਬ੍ਰੇਨ ਦੀ ਪਾਵਰ ਲਈ ਜਿੱਦਾਂ ਜਿੰਕੋ ਬਾਇਲੋਬਾ ਵੀ ਦੱਸੀ, B1, B3, B9 ਵੀ ਬਹੁਤ ਅੱਛੇ ਆ। ਵਿਟਾਮਿਨਸ, ਮਲਟੀਵਿਟਾਮਿਨਸ ਮੋਸਟਲੀ ਤੁਹਾਨੂੰ ਸਮਝੋ ਆਪਣੀਆਂ ਖੁਰਾਕ 'ਚ, ਫਲ ਫਰੂਟ, ਵੈਜੀਟੇਰੀਅਨ ਡਾਈਟ ਇਜ਼ ਦੀ ਬੈਸਟ ਡਾਈਟ। ਜਿਹੜੀਆਂ ਦੇਸੀ ਜੜੀਆਂ ਬੂਟੀਆਂ ਦੇ ਐਕਸਟ੍ਰੈਕਟ ਉਹਨਾਂ ਨੂੰ ਅੰਮ੍ਰਿਤ ਸਮਝ ਕੇ ਖਾਓ। ਅੰਮ੍ਰਿਤਾ ਮੈਂ ਨਾਮ ਲਿਆ ਸੀ, ਅੰਮ੍ਰਿਤਾ ਕਹਿੰਦੇ ਗੜੂਚੀ ਨੂੰ, ਟਾਈਨੋਸਪੋਰਾ ਕੌਰਡੀਫੋਲੀਆ, ਗਲੋਏ ਸਵਰਸ। ਸੋ ਪਿਆਰੇ ਦਰਸ਼ਕੋ, ਇਹ ਕਹਿਣ ਦਾ ਮਤਲਬ ਸੀ ਕਿ doesn't matter I'm speaking in Hindi, Punjabi or English, but we are taking care of all the ailments existing in this human body just by natural way, Ayurvedic way, herbal way। ਦੇਸੀ ਦਵਾਈ, ਦੇਸੀ ਇਲਾਜ, ਨਾਮ ਦੇਸੀ ਕਹਿਣਾ ਪੈਂਦਾ, ਔਰ ਇੰਡੀਅਨਸ ਨੂੰ ਸਾਰਿਆਂ ਨੂੰ ਆਲਰੇਡੀ ਪਤਾ ਇਹਦਾ ਕੀ ਮਤਲਬ ਹੈ। ਪਾਕਿਸਤਾਨ ਦੇ ਵਿੱਚ ਇਹਨੂੰ ਯੂਨਾਨੀ ਕਹਿ ਦਿੰਦੇ ਆ। ਸੋ ਆਪਣੇ ਇੰਡੀਅਨ, ਪਾਕਿਸਤਾਨੀ, ਬੰਗਲਾਦੇਸ਼ੀਆਂ ਨੂੰ ਤੇ ਇਸ ਚੀਜ਼ ਦਾ ਪਤਾ ਹੀ ਹੈ ਵੀ ਦੇਸੀ ਦਾ ਕੀ ਮਤਲਬ ਹੈ, ਕਿ ਇਹ ਬਿਮਾਰੀ ਦੀ ਜੜ ਤੱਕ ਜਾਂਦੀ। ਪਰ ਤੁਹਾਨੂੰ ਇਸ ਗੱਲ ਦੀ ਹੈਰਾਨੀ ਹੋਏਗੀ ਕਿ ਇਸ ਵੇਲੇ ਅਮਰੀਕਨਸ, ਗੋਰੇ ਲੋਕ, ਉਹ ਆਯੁਰਵੈਦਿਕ ਤੇ ਜ਼ਿਆਦਾ ਬਿਲੀਵ ਕਰਦੇ। ਜਿੰਨੇ ਕ੍ਰਿਸ਼ਨਾ ਡਿਵੋਟੀ ਨੇ, ਜਿੰਨੇ ਇਸਕੋਨ ਦੇ ਡਿਵੋਟੀਜ਼ ਨੇ, ਕਦੀ ਐਲੋਪੈਥੀ ਦੀ ਦਵਾਈ ਨਹੀਂ ਖਾਂਦੇ। ਕ੍ਰਿਸ਼ਨਾ ਕੌਨਸ਼ੀਅਸ ਜਿੰਨੇ, ਔਰ ਉਹ ਦੇਖੋ ਮੇਰੀ ਉਹਨਾਂ ਸੰਤਾਂ ਨਾਲ, ਮਹਾਰਾਜ ਨਾਲ ਡੀਲਿੰਗ ਹੈ ਡੇ ਐਂਡ ਨਾਈਟ। ਉਹ ਲੋਕ ਪੂਰੇ ਬ੍ਰਹਮਚਾਰੀ, ਚਾਹ ਨਹੀਂ ਪੀਂਦੇ, ਅਦਰਕ, ਲਸਣ, ਪਿਆਜ਼ ਤੱਕ ਨਹੀਂ ਖਾਂਦੇ, ਨਸ਼ੇ ਦਾ ਤਾਂ ਨਾਮ ਹੀ ਨਹੀਂ। ਉਹਨਾਂ ਦੇ ਤਿੰਨੇ ਹੀ ਪ੍ਰਿੰਸੀਪਲ ਹੈ, ਨੋ ਅਲਕੋਹਲ, ਨੋ ਇਲਿਸਿਟ ਸੈਕਸ, ਔਰ ਲਸਣ ਪਿਆਜ਼ ਤੱਕ ਨਹੀਂ ਖਾਣਾ। ਕਿਉਂ? ਉਹਨੂੰ ਥੋੜ੍ਹਾ ਜਿਹਾ ਉਹ ਤਾਮਸਿਕ ਭੋਜਨ ਸਮਝਦੇ ਆ। ਸੋ ਮੇਰਾ ਮਤਲਬ ਹੈ, ਜੇ ਗੋਰੇ ਇਸ ਚੀਜ਼ ਨੂੰ ਸਮਝ ਗਏ ਆ ਕਿ ਜੇ ਅੰਗਰੇਜ਼ੀ ਦਵਾਈਆਂ ਸਿੰਪਟੋਮੈਟਿਕ ਟ੍ਰੀਟਮੈਂਟ ਸਾਰੀ ਉਮਰ ਖਾਂਦੇ ਵੀ ਠੀਕ ਨਹੀਂ ਹੋਣੀਆਂ, ਦਵਾਈ ਵੱਧਦੀ ਗਈ, ਸਾਈਡ ਇਫੈਕਟ ਵੱਧਦੀ ਗਏ, ਕਿਡਨੀ ਖਰਾਬ ਹੋ ਗਈ, ਲਿਵਰ ਖਰਾਬ ਹੋ ਗਈ, ਸ਼ੂਗਰ ਜਿਨ੍ਹਾਂ ਨੂੰ ਹੈ ਅਖੀਰ ਦੇ ਵਿੱਚ ਕਿਡਨੀ ਖਰਾਬ ਹੋ ਜਾਂਦੀ, ਵਿਚਾਰੇ ਡਾਇਲਿਸਿਸ ਚਲੇ ਜਾਂਦੇ, ਕਿਉਂਕਿ ਸਾਰੀ ਉਮਰ ਮੈਟਫੋਰਮਿਨ, ਐਕਟੋਸ ਜਨੀਵੀਆ, ਜੈਨੋਮੈਟ, ਗਲਿਮਪਰਾਈਡ ਖਾਂਦੇ ਲੰਘ ਗਈ, ਇਨਸੂਲਿਨ ਲਵਾਉਂਦੇ ਲੰਘ ਗਈ, ਲਿਪੀਟੋਰਜ਼ੋਕ, ਕ੍ਰਿਸਟੋਰੈਟਰੋਵਾਸਟਾਟਿਨ, ਸਿਮੇਵਾਸਟਾਟਿਨ, ਫਿਨੋਫਾਈਬਰੇਟ ਖਾਂਦੇ ਆ, ਕੋਲੈਸਟਰੋਲ ਨਹੀਂ ਕੰਟਰੋਲ ਹੋਇਆ। ਉਹੀ ਤੁਸੀਂ ਫਿਰ ਮੇਰੇ ਹਿਸਾਬ ਨਾਲ ਲਸਣ ਜ਼ਿਆਦਾ ਖਾ ਲਓ, ਵਿਟਾਮਿਨ ਡੀ ਖਾਓ। ਸੋ ਮੇਰਾ ਖਿਆਲ ਹੈ ਟਾਈਮ ਉਹਨਾਂ ਕੀ ਹੁੰਦਾ, ਮੇਰੇ ਕੋਲ ਟਾਈਮ ਇਜਾਜ਼ਤ ਨਹੀਂ ਦੇ ਰਿਹਾ ਆਪਣੇ ਸ਼ਬਦਾਂ ਦੀ ਬਾਣੀ ਨੂੰ ਬਰਾਂਦਾ ਦਾ, ਤੁਹਾਡੇ ਸਾਰੇ ਦੇਖਣ ਤੇ ਸੁਣਨ ਵਾਲਿਆਂ ਨੂੰ ਯਾਦ ਕਰਾਂਦਾ ਕਿ ਲਗਾਤਾਰ ਫੋਨ ਮੇਰੇ ਤੁਹਾਡੇ ਸਾਹਮਣੇ ਫਲੈਸ਼ ਕਰ ਰਹੇ ਆ। ਫੋਨ ਕਰਨਾ ਤੁਹਾਡਾ ਫਰਜ਼। ਜਿਨ੍ਹਾਂ ਨੂੰ ਦਵਾਈ ਪਹੁੰਚਦੀ ਹੈ ਜਾਂ ਜਿਹੜੇ ਖਾ ਰਹੇ ਜਾਂ ਜਿਹੜੇ ਰੈਫਰ ਕਰਦੇ, ਉਹਨਾਂ ਦਾ ਥੈਂਕ ਯੂ। ਇਸ ਕਰਕੇ ਤੁਹਾਡੇ ਸਾਰਿਆਂ ਦਾ ਜਾਂਦੀ ਵਾਰੀ ਥੈਂਕ ਯੂ ਕਰਦਾ ਤੁਹਾਡਾ ਆਪਣਾ ਡਾਕਟਰ ਕੁਮਾਰ। ਥੈਂਕ ਯੂ।